वाहेगुरु साहिब जीओ। सतनाम श्री वाहेगुरु साहिब जीओ। सतनाम श्री वाहेगुरु साहिब जीओ। सतनाम श्री वाहेगुरु साहिब जी। सतनाम श्री वाहेगुरु साहिब जीओ। हाँ जी, बस 2-4 मिनट तक ਆਪਾਂ ਜੋ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਹਿਜ ਪਾਠ ਅਰਥਾਂ ਸਮੇਤ ਪ੍ਰਾਰੰਭ ਕੀਤੇ ਹੋਏ ਹਨ, ਉਹਨਾਂ ਦੀ ਵਿਚਾਰ। हाँ जी, बस 2-4 मिनट तक ਆਪਾਂ ਜੋ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਹਿਜ ਪਾਠ ਅਰਥਾਂ ਸਮੇਤ ਪ੍ਰਾਰੰਭ ਕੀਤੇ ਹੋਏ ਹਨ, ਉਹਨਾਂ ਦੀ ਵਿਚਾਰ, ਉਹਨਾਂ ਦੀ ਜੀਵਨੀ ਬਾਰੇ ਵੀ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰਾਂਗੇ। ਅਤੇ ਉੱਥੇ ਨਾਲ ਹੀ ਵਿਚਾਰ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਵਿਚਾਰ ਜੋ ਰੋਜ਼ ਹੀ ਆਪਾਂ ਇਸ ਟਾਈਮ 'ਤੇ ਕਰਦੇ ਹਾਂ। ਗੁਰੂ ਕਲਗੀਧਰ ਮਹਾਰਾਜ ਜੀ ਨੇ ਸ੍ਰੀ ਦਸਮ ਦੀ ਬਾਣੀ ਸਿੱਖਾਂ ਦੇ ਉਧਾਰ ਲਈ ਕਿ ਸਿੱਖਾਂ ਨੂੰ ਐਸੀ ਦ੍ਰਿਸ਼ਟਤਾ ਮਿਲ ਜਾਵੇ ਜਿਸ ਦੇ ਨਾਲ ਗੁਰੂ ਕਾ ਸਿੱਖ 1.25 ਲੱਖ ਫੌਜ 'ਤੇ ਭਾਰੂ ਪੈ ਜਾਵੇ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਰਚਨਾ ਕੀਤੀ। ਉਸ ਦੀ ਵਿਚਾਰ ਆਪਾਂ ਸਾਂਝੀ ਕਰਨੀ ਹੈ। ਸਾਰੇ ਹੀ ਮਨ ਵਿਅਕਤੀਆਂ ਨੂੰ ਇਕਾਗਰ ਕਰਕੇ ਉਸ ਪ੍ਰਭੂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਆਪਾਂ ਜੁੜਨਾ ਕਰੀਏ ਜੀ। ਕਿਉਂਕਿ ਆਹ ਜਿਹੜਾ ਸਮਾਂ ਚੱਲਦਾ, ਧੰਨ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਨੇ ਸਾਰਾ ਸਰਬੰਸ ਖਾਲਸਾ ਪੰਥ ਕੌਮ ਦੀ ਝੋਲੀ ਪਾ ਦਿੱਤਾ। ਸਾਰਾ ਸਰਬੰਸ ਹੀ ਮਹਾਰਾਜ ਨੇ ਆਪਣੇ ਲਈ ਵਾਰ ਦਿੱਤਾ ਭਾਈ। ਸੋ 1 ਮਹੀਨਾ ਜ਼ਰੂਰ ਉੱਦਾਂ ਦਾ ਆਪਾਂ ਨੂੰ ਸਦਾ ਹੀ ਬਾਣੀ ਦੇ ਨਾਲ ਜੁੜਨਾ ਚਾਹੀਦਾ, ਪਰ ਫਿਰ ਵੀ ਆਪਾਂ ਉਹਦਾ ਮਹੀਨਾ ਜਿਹੜਾ ਹੁਣ ਚੜ੍ਹਨਾ ਹੈ ਸੰਕੋਚ ਕਰੀਏ ਨਾਚ ਫਿਲਮਾਂ ਦੇਖਣ ਤੋਂ। ਗੁਰਬਾਣੀ ਪੜ੍ਹੀਏ, ਗੁਰਬਾਣੀ ਸੁਣੀਏ ਅਤੇ ਗੁਰਬਾਣੀ ਦੇ ਅਰਥਾਂ ਨੂੰ ਸਮਝੀਏ। ਧੰਨ ਧੰਨ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ। ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਉਚਾਰਨ ਕੀਤੀ ਮਹਾਰਾਜ ਨੇ, ਅਤੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਲਿਖਵਾਈ ਹੈ। ਪਹਿਲੀ ਬਾਣੀ ਸ੍ਰੀ ਜਾਪ ਸਾਹਿਬ, ਦੂਜੀ ਬਾਣੀ ਸ੍ਰੀ ਅਕਾਲ ਉਸਤਤ ਸਾਹਿਬ ਜੀ ਦੀ ਵਿਚਾਰ ਚੱਲ ਰਹੀ ਹੈ। ਇਹਦੇ ਵਿੱਚ ਮਹਾਰਾਜ ਸਵਈਏ ਚਾਰਨ ਕਰਦੇ ਹਨ। ਇੱਕ ਤਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਸਵਈਏ ਆਉਂਦੇ ਨੇ, ਭੱਟਾਂ ਦੇ ਸਵਈਏ, ਅਤੇ ਇਹ ਸਵਈਏ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ। ਤਵੇ ਪ੍ਰਸਾਦ ਨਾਰਾਜ ਸੰਦ ਅਗੰਜ ਆਦ ਦੇਵ ਹੈ, ਭੰਜ ਭੰਜ ਜਾਨੀਏ ਅਭੂਤ ਭੂਤ ਹੈ ਸਦਾ ਅਗੰਜ ਗੰਜ ਮਾਨੀਏ। ਅਦੇਵ ਦੇਵ ਹੈ ਸਦਾ ਭੇਵ ਭੇਵਨਾਥ ਹੈ, ਸਮਸਤ ਸਿੱਧ ਬਿਰਧ ਦਾ ਸਦੀਵ ਸਰਬ ਸਾਥ ਹੈ। ਉਹ ਪਰਮਾਤਮਾ ਆਦਿ ਕਾਲ ਮੁੱਢ ਤੋਂ ਹੀ ਨਾ ਟੁੱਟਣ ਵਾਲਾ ਪ੍ਰਕਾਸ਼ ਰੂਪ ਹੈ। ਉਹ ਨਾ ਭੱਜਣ ਵਾਲਿਆਂ ਨੂੰ ਭੰਨਣ ਤੋੜਨ ਵਾਲਾ ਜਾਣਿਆ ਜਾਂਦਾ ਹੈ। ਉਹ ਪ੍ਰਭੂ ਸੂਖਮ ਤੇ ਸਤੂਲ ਰੂਪ ਵਾਲਾ ਹੈ ਤੇ ਨਿਤ ਕਾਇਮ ਰਹਿਣ ਵਾਲਾ ਹੈ। ਉਹ ਨਾ ਨਾਸ ਹੋਣ ਵਾਲਿਆਂ ਨੂੰ ਨਾਸ ਕਰਨ ਵਾਲਾ ਮੰਨਿਆ ਜਾਂਦਾ ਹੈ। ਉਹ ਸਦਾ ਦੇਵਤਾ ਹੈ, ਦੈਂਤ ਰੂਪ ਵਾਲਾ ਹੈ ਤੇ ਗੁਪਤ ਪ੍ਰਗਟ ਸ਼ਕਤੀਆਂ ਦਾ ਮਾਲਕ ਹੈ। ਉਹ ਸਾਰੀਆਂ ਸਿੱਧੀਆਂ ਤੇ ਵਾਧੇ ਦੇਣ ਵਾਲਾ ਹੈ।
ਤੇ ਸਰਬ ਜੀਵਾਂ ਦੇ ਨਾਲ ਰਹਿਣ ਵਾਲਾ ਸਾਥੀ ਹੈ। ਅਨਾਥ ਨਾਥ ਨਾਥ ਹੈ, ਅਭੰਜ ਭੰਜ ਹੈ ਸਦਾ। ਅਗੰਜ ਗੰਜ ਗੰਜ ਹੈ, ਸਦੀਵ ਸਿੱਧ ਬਿਰਦ ਦਾ। ਅਨੂਪ ਰੂਪ ਸਰੂਪ ਹੈ, ਅਸਜ ਤੇਜ ਮਾਨੀਐ। ਸਦੀਵ ਸਿੱਧ ਸੁਧ ਦਾ, ਪ੍ਰਤਾਪ ਪੱਤਰ ਜਾਨੀਐ। ਉਹ ਪ੍ਰਭੂ ਜਿਹੜਾ ਨਾਥਾਂ ਦਾ ਨਾਥ ਹੈ, ਉਸ ਦਾ ਵੀ ਸੁਆਮੀ ਹੈ। ਜੋ ਕਦੀ ਵੀ ਨਹੀਂ ਭੱਜਣ ਵਾਲੇ, ਉਹ ਉਹਨਾਂ ਨੂੰ ਵੀ ਭੰਨਣ ਵਾਲਾ ਹੈ। ਜਿਹੜੇ ਪੁਰਸ਼ ਧਨ ਦੇ ਖਜ਼ਾਨਿਆਂ ਤੋਂ ਖਾਲੀ ਹਨ, ਉਹਨਾਂ ਨੂੰ ਉਹ ਬੇਅੰਤ ਦੌਲਤ ਦੇ ਖਜ਼ਾਨੇ ਬਖਸ਼ਦਾ ਹੈ ਤੇ ਸਦਾ ਸਿੱਧੀਆਂ ਤੇ ਵਿਧੀਆਂ ਦਿੰਦਾ ਹੈ। ਉਸ ਦਾ ਰੂਪ ਐਸਾ ਸੁੰਦਰ ਹੈ ਜਿਸ ਦੀ ਉਪਮਾ ਨਹੀਂ ਹੋ ਸਕਦੀ, ਤੇ ਉਸ ਦਾ ਤੇਜ ਪ੍ਰਕਾਸ਼ ਕਦੀ ਵੀ ਨਾਸ ਹੋਣ ਵਾਲਾ ਨਹੀਂ। ਉਹ ਹਮੇਸ਼ਾ ਸਿੱਧੀ ਅਤੇ ਸ਼ੁੱਧੀ ਦਾ ਪ੍ਰਤਾਪ ਪੱਤਰ ਜਾਣਿਆ ਜਾਂਦਾ ਹੈ। ਨਾ ਰਾਗ ਰੰਗ ਰੂਪ ਹੈ, ਨਾ ਰੋਗ ਰਾਗ ਰੇਖ ਹੈ। ਅਦੋਖ ਦਾਗ ਅਦਖ ਹੈ, ਅਭੂਤ ਅਭਰਮ ਅਭੇਖ ਹੈ। ਨਾ ਤਾਤ ਮਾਤ ਜਾਤ ਹੈ, ਨਾ ਪਾਤ ਚਿਹਨ ਵਰਨ ਹੈ। ਅਦੇਖ ਸੇਖ ਭੇਖ ਹੈ, ਸਦੀ ਵਿਸ਼ਵ ਭਰਨ ਹੈ। ਉਸ ਅਕਾਲ ਪੁਰਖ ਨੂੰ ਕੋਈ ਵੀ ਮੋਹ ਨਹੀਂ, ਉਸ ਦਾ ਕੋਈ ਰੂਪ ਨਹੀਂ, ਉਸ ਨੂੰ ਕੋਈ ਰੋਗ ਤੇ ਰਾਗ ਦਾ ਨਿਸ਼ਾਨ ਵੀ ਨਹੀਂ। ਉਹ ਦੋਸ਼ ਰਹਿਤ, ਦਾਗ ਰਹਿਤ ਤੇ ਦੁੱਖ ਤੋਂ ਬਿਨਾਂ ਹੈ। ਉਹ ਤੱਤਾਂ ਦੀ ਰਚਨਾ ਤੋਂ ਬਿਨਾਂ ਤੇ ਭਰਮ ਰਹਿਤ ਹੈ। ਉਸ ਦਾ ਕੋਈ ਭੇਸ ਨਹੀਂ, ਉਸ ਦਾ ਨਾ ਪਿਤਾ ਹੈ, ਨਾ ਮਾਤਾ ਹੈ, ਤੇ ਨਾ ਕੋਈ ਜਾਤ ਬਰਾਦਰੀ ਚਿੰਨ੍ਹ ਜਾਂ ਵਰਨ ਹੈ। ਉਹ ਅਦ੍ਰਿਸ਼ ਪੂਰਨ ਤੇ ਭੇਸ ਰਹਿਤ ਹੈ। ਉਹ ਸਦਾ ਸਾਰੇ ਸੰਸਾਰ ਦੀ ਪਾਲਣਾ ਕਰਦਾ ਹੈ। ਵਿਸ਼ੰਭਰ ਵਿਸ਼ਵਨਾਥ ਹੈ, ਵਸੇਖ ਵਿਸ਼ਵ ਭਰਨ ਹੈ। ਜਮੀ ਜਮਾਨ ਕੇ ਵਿਖੇ, ਸਦੀਵ ਕਰਮ ਭਰਮ ਹੈ। ਅਦਵੈਖ ਹੈ, ਅਭੇਖ ਹੈ, ਅਲੇਖਨਾਥ ਜਾਨੀਐ। ਸਦੀਵ ਸਰਬ ਠੌਰ ਮੈਂ, ਵਸੇਖ ਆਨ ਮਾਨੀਐ। ਉਹ ਪਰਮਾਤਮਾ ਸੰਸਾਰ ਨੂੰ ਪੈਦਾ ਕਰਨ ਵਾਲਾ ਤੇ ਸ੍ਰਿਸ਼ਟੀ ਦਾ ਮਾਲਕ ਹੈ। ਉਹ ਵਿਸ਼ੇਸ਼ ਤੌਰ ਤੇ ਸੰਸਾਰ ਦੀ ਪਾਲਣਾ ਕਰਦਾ ਹੈ। ਜਿਸ ਤਰ੍ਹਾਂ ਸੈਲ ਪੱਥਰ ਵਿੱਚ ਜੰਤੋ ਪਾਏ। ਹੁਣ ਆਪਾਂ ਦੇਖਦੇ ਹਾਂ ਵੀ ਕਿੰਨੇ ਕਿੰਨੇ ਟਾਈਮ ਦੇ ਪਹਾੜ ਨੇ। ਜੇ ਉਹ ਪਹਾੜਾਂ ਨੂੰ ਖੋਦੀਏ, ਉਹਦੇ ਵਿੱਚੋਂ ਆਪਾਂ ਨੂੰ ਜੀਵ ਜੰਤੂ ਮਿਲ ਜਾਂਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਨੇ ਉੱਥੇ ਵੀ ਉਹਨਾਂ ਦੀ ਰੋਜੀ ਰੋਟੀ ਰੱਖੀ ਹੈ। ਉੱਥੇ ਵੀ ਉਹਨਾਂ ਨੂੰ ਸਭ ਕੁਝ ਮਿਲਦਾ ਹੈ। ਉਹ ਦਵੈਸ ਰਹਿਤ, ਭੇਸ ਰਹਿਤ ਤੇ ਕਿਸੇ ਲੇਖੇ ਤੋਂ ਰਹਿਤ ਸੁਆਮੀ ਜਾਣਿਆ ਜਾਂਦਾ ਹੈ। ਉਹ ਸਭ ਥਾਵਾਂ ਤੇ ਹਰ ਸਮੇਂ ਵਿਆਪਕ ਹੈ। ਇਹ ਉਸ ਦਾ ਵਿਸ਼ੇਸ਼ ਅਨੁਮਾਨ ਮੰਨਿਆ ਜਾਂਦਾ ਹੈ। ਨਾ ਜੰਤਰ ਮੈਂ, ਨਾ ਤੰਤਰ ਮੈਂ, ਨਾ ਮੰਤਰ ਬਸ ਆਵਈ। ਕੁਰਾਨ ਉਹ ਕੁਰਾਨ ਨੇਤ, ਨੇਤ ਕੇ ਬਤਾਵਈ। ਨਾ ਕਰਮ ਮੈਂ, ਨਾ ਧਰਮ ਮੈਂ, ਨਾ ਭਰਮ ਮੈਂ ਬਤਾਈਐ। ਅਗੰਜ ਆਦ ਦੇਵ ਹੈ, ਕਹੋ ਸੋ ਕੈਸੇ ਪਾਈਐ। ਉਹ ਪ੍ਰਭੂ ਨਾ ਕਿਸੇ ਜੰਤਰ ਤੇ ਨਾ ਕਿਸੇ ਤੰਤਰ ਦੇ ਅਧੀਨ ਹੈ, ਨਾ ਹੀ ਉਹ ਕਿਸੇ ਮੰਤਰ ਦੇ ਜਪਣ ਨਾਲ ਵਸ ਵਿੱਚ ਆਉਂਦਾ ਹੈ। ਪ੍ਰਾਣ ਤੇ ਕਰਾਨ ਉਸ ਵਾਹਿਗੁਰੂ ਨੂੰ ਬੇਅੰਤ ਬੇਅੰਤ ਕਹਿੰਦੇ ਹਨ। ਉਹ ਅਕਾਲ ਪੁਰਖ ਨਾ ਕਿਸੇ ਕਰਮ ਦੇ ਬੰਧਨ ਵਿੱਚ ਹੈ, ਨਾ ਕਿਸੇ ਧਰਮ ਦੇ ਵੱਝਾ ਹੈ, ਤੇ ਨਾ ਹੀ ਉਸ ਨੂੰ ਕਿਸੇ ਪ੍ਰਕਾਰ ਦਾ ਭਰਮ ਹੈ। ਉਹ ਆਦਿ ਪਰਮੇਸ਼ਰ ਨਾਸ ਰਹਿਤ ਹੈ। ਇਹ ਦੱਸੋ ਕਿ ਉਸ ਨੂੰ ਕਿਸੇ ਜੁਗਤੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਮੀ ਜਮਾਨ ਕੇ ਵਿਖੇ, ਸਮਸਤ ਏਕ ਜੋਤ ਹੈ। ਨਾ ਘਾਟ ਹੈ, ਨਾ ਬਾੜ ਹੈ, ਨਾ ਘਾਟ ਬਾਦ ਹੋਤ ਹੈ। ਨਾ ਹਾਨ ਹੈ, ਨਾ ਬਾਨ ਹੈ, ਸਮਾਨ ਰੂਪ ਜਾਨੀਐ। ਮਕੀਨ ਉਹ ਮਕਾਨ, ਅਪਰਮਾਨ ਤੇਜ ਮਾਨੀਐ। ਜ਼ਮੀਨ ਤੇ ਆਕਾਸ਼ ਦੇ ਸਾਰੇ ਜੀਵਾਂ ਵਿੱਚ
उस प्रभु की इको जोत प्रकाश कर रही है। उस जोत का प्रकाश ना घटता है ना बढ़ता है, वो प्रकाश सदा एक रस रहिंदा है, घटता बढ़ता नहीं। उस प्रकाश की ना हानि हुंदी है ना उस विच कोई घाट हुंदी है। हर स्थान विच समान रूप जाणिया जाता है अते उसदे प्रकाश का अपार तेज मन्निया जाता है। जिस तरह श्री आनंदपुर साहिब की धरती ते गुरु कलगीधर महाराज जी के घर माता जीतो जी माता जीत कौर जी के उदर तो साहिबजादा धन धन बाबा फतेह सिंह जी का आगमन होया ते इत्थे ही नाल सारियां संगतां नूं साहिबजादा धन धन बाबा फतेह सिंह साहब के आगमन पुरब दीआं भी लख लख बधाइयां ने। धन गुरु कलगीधर महाराज जी के 3 महल होए ने। बड़े महल माता जीतो जी, दूजे महल माता सुंदरी जी धन माता सुंदर कौर जी, तीजे महल जिन्हों कुआरा डोला आख्या जाता माता साहब देवा जी। जदों गुरु कलगीधर महाराज जी ने अमृत संचार किया 1699 नूं, उदों पतासे माता जीतो जी ने पाए, पर बाद दे विच खालसे दी माता धन गुरु कलगीधर महाराज जी ने माता साहब देवा जी नूं बनाया। पहला आनंद कारज माता जीतो जी दे नाल होया, दूजा आनंद कारज माता सुंदर कौर जी दे नाल होया। पर पहला जिहड़ा प्रकाश साहिबजादा धन धन बाबा अजीत सिंह साहब जी का प्रकाश होया, वो माता सुंदर कौर जी के उदर तो श्री पौंटा साहब जी की धरती ते होया। ते फिर 3 साहिबजादियां दा अवतार माता जीतो जी के उदर तो होया है। धन बाबा फतेह सिंह जी जिन्हां दी बहुत छोटी उम्र है, क्योंकि 5 साल की उम्र च तां महाराज शहादत का जाम पी जाते हैं। गुरु कलगीधर महाराज जी का दरबार लग्या होया है, साहिबजादे दरबार अंदर हैं, 52 कवि दरबार विच बैठे हैं। बाबा बुढ़ा साहब जी की वंश दरबार साहब विच बैठी है। बाबा शहीद बाबा दीप सिंह साहब जी, भाई मनी सिंह साहब, धन भाई दया सिंह साहब, सारे सिंह बैठे हैं। महाराज जी ने अज वचन किया, भाई कहते कोई महाकाल का रूप दिखाओ सानू। महाकाल जदों महाराज जी ने वचन किया भी कोई महाकाल का सानू रूप दिखाओ, क्योंकि महाराज ने भी कह दिता काल का जो अंत करता महाकाल है। महाकाल रखवार हमारो महालो में किंकर था। कहते जदों ये वचन साहिबजादियां ने सुने, धन बाबा फतेह सिंह साहब जी भज के अपने कमरे अंदर चले जाते हैं ते आप जी का नाल गड़वई सिंह भी नाल चलिया जाता है। साहिबजादियां दे भी गड़वई सन, क्योंकि साहिबजादे अवतार सन, कोई उदा ही पुत्र नहीं सन, वो भी अवतार ने प्रगट हुए ने। कहते सारा दरबार इसे तरह लग्या होया। साहिबजादा जी अंदर चले जाते हैं। अंदर जाके बाबा फतेह सिंह साहब जी ने दमाले बने, दमाला सजाया, नीला बाणा पहनिया, कलगी तोड़ा लाया।
ਕਹਿੰਦੇ ਪੂਰੇ ਤਿਆਰ ਬਰ ਤਿਆਰ ਹੋ ਕੇ ਬਾਬਾ ਫਤਿਹ ਸਿੰਘ ਸਾਹਿਬ ਜਦੋਂ ਮੁੜ ਦਰਬਾਰ ਅੰਦਰ ਆਏ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਭਾਈ ਆਹ ਹੈ ਮਹਾਕਾਲ ਸਾਡਾ, ਕਰੋ ਦਰਸ਼ਨ ਇਹਦੇ ਮਹਾਕਾਲ ਦੇ। ਫਿਰ ਨਿਹੰਗ ਸਿੰਘ ਫੌਜਾਂ ਵੀ ਬਾਬਾ ਫਤਿਹ ਸਿੰਘ ਸਾਹਿਬ ਨੂੰ ਆਪਣਾ ਗੁਰੂ ਸਮਝਦੀਆਂ ਹਨ। ਇਹ ਨੀਲਾ ਬਾਣਾ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਪਹਿਨਿਆ ਬਹੁਤ ਹੀ ਛੋਟੀ ਉਮਰ ਦੇ ਵਿੱਚ। ਇੱਥੇ ਉਮਰਾਂ ਦੀ ਵਿਚਾਰ ਨਹੀਂ, ਇੱਥੇ ਦਾ 70 ਸਾਲ ਦੀ ਵੀ ਉਮਰ ਹੋ ਜਾਂਦੀ ਹੈ ਪਰ ਸਾਨੂੰ ਹਜੇ ਸੋਝੀ ਨਹੀਂ ਮਿਲਦੀ। 50 ਸਾਲ ਦੀ ਵੀ ਉਮਰ ਹੋ ਜਾਂਦੀ ਹੈ, ਅੰਮ੍ਰਿਤ ਛਕਣ ਨੂੰ ਆਪਾਂ ਤਿਆਰ ਨਹੀਂ ਹੁੰਦੇ। ਕੋਈ ਨਹੀਂ ਜੀ, ਹਜੇ ਤਾਂ ਉਮਰ ਹੈ। ਉਮਰ ਦਾ ਕੋਈ ਵੀ ਪਤਾ ਨਹੀਂ, ਇਸ ਜਨਮ ਦਾ ਕਦੋਂ ਉਸ ਕਾਲ ਨੇ ਲੈ ਜਾਣਾ ਹੈ। ਏਕ ਸਹਿ ਹੈ ਏਕ ਗਏ ਏਕ ਫਿਰ ਭੈ ਰਾਮਚੰਦਰ, ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਗੁਰੂ ਕਲਗੀਧਰ ਮਹਾਰਾਜ ਦਸਵੀਂ ਦੀ ਬਾਣੀ ਅੰਦਰ ਲਿਖਦੇ ਹਨ। ਇਸੇ ਤਰ੍ਹਾਂ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਇਹ ਮਾਣ ਪ੍ਰਾਪਤ ਹੋਇਆ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ। ਫਿਰ ਮਹਾਰਾਜ ਕਹਿੰਦੇ ਤੇਜ ਮੰਨੀਏ, ਉਹਨਾਂ ਦਾ ਪ੍ਰਕਾਸ਼ ਅਪਾਰ ਤੇਜ ਮੰਨਿਆ ਜਾਂਦਾ ਹੈ। ਨਾ ਦੇਹ ਹੈ ਨਾ ਗੇਹ ਹੈ, ਨਾ ਜਾਤ ਹੈ ਨਾ ਪਾਤ ਹੈ, ਨਾ ਮੰਤਰ ਹੈ ਨਾ ਮਿੱਤਰ ਹੈ, ਨਾ ਤਾਤ ਹੈ ਨਾ ਮਾਤ ਹੈ, ਨਾ ਅੰਗ ਹੈ ਨਾ ਰੰਗ ਹੈ, ਨਾ ਸੰਗ ਸਾਥ ਨੇਹ ਹੈ, ਨਾ ਦੋਖ ਹੈ ਨਾ ਦਾਗ ਹੈ, ਨਾ ਦਵੈਖ ਹੈ ਨਾ ਦੇਹ ਹੈ। ਉਸ ਪ੍ਰਭੂ ਦਾ ਨਾ ਕੋਈ ਸਰੀਰ ਹੈ, ਨਾ ਘਰ, ਨਾ ਜਾਤ ਤੇ ਨਾ ਬਰਾਦਰੀ ਹੈ। ਉਸ ਦਾ ਨਾ ਕੋਈ ਵਜ਼ੀਰ ਹੈ, ਨਾ ਮਿੱਤਰ ਹੈ, ਨਾ ਪਿਤਾ, ਨਾ ਮਾਤਾ ਹੈ। ਉਸ ਦਾ ਨਾ ਕੋਈ ਅੰਗ ਹੈ, ਨਾ ਕੋਈ ਰੰਗ ਹੈ, ਨਾ ਹੀ ਉਸ ਦਾ ਕੋਈ ਸੰਗੀ ਸਾਥੀ ਹੈ, ਤੇ ਨਾ ਹੀ ਉਸ ਦਾ ਕਿਸੇ ਨਾਲ ਪ੍ਰੇਮ ਹੈ। ਉਸ ਨੂੰ ਨਾ ਕਲੰਕ ਹੈ, ਨਾ ਦਾਗ ਹੈ, ਨਾ ਦਵੈਖ ਹੈ, ਤੇ ਨਾ ਕੋਈ ਉਸ ਦੀ ਦੇਹ ਹੈ। ਨਾ ਸਿੰਘ ਹੈ ਨਾ ਸਿਆਰ ਹੈ, ਨਾ ਰਾਉ ਹੈ ਨਾ ਰੰਕ ਹੈ, ਨਾ ਮਾਨ ਹੈ ਨਾ ਮੌਤ ਹੈ, ਨਾ ਸਾਕ ਹੈ ਨਾ ਸੰਕ ਹੈ, ਨਾ ਜਸ ਹੈ ਨਾ ਗੰਧਰਵ ਹੈ, ਨਾ ਨਰ ਹੈ ਨਾ ਨਾਰ ਹੈ, ਨਾ ਚੋਰ ਹੈ ਨਾ ਸਾਹ ਹੈ, ਨਾ ਸਾਹ ਕੋ ਕੁਮਾਰ ਹੈ। ਉਹ ਕਾਲ ਪੁਰਖ ਨਾ ਸ਼ੇਰ ਹੈ, ਨਾ ਗਿੱਦੜ ਹੈ, ਨਾ ਰਾਜਾ ਹੈ, ਤੇ ਨਾ ਹੀ ਗਰੀਬ ਹੈ। ਉਸ ਨੂੰ ਨਾ ਅਭਿਮਾਨ ਹੈ, ਨਾ ਮੌਤ ਕਾਲ ਹੈ, ਨਾ ਉਸ ਦਾ ਕੋਈ ਸਾਕ ਹੈ, ਤੇ ਨਾ ਹੀ ਉਸ ਨੂੰ ਕਿਸੇ ਪ੍ਰਕਾਰ ਦਾ ਸ਼ੰਕਾ ਹੈ। ਨਾ ਉਹ ਜਸ ਹੈ, ਨਾ ਗੰਧਰਵ ਹੈ, ਨਾ ਮਨੁੱਖ ਹੈ, ਨਾ ਇਸਤਰੀ ਹੈ, ਨਾ ਉਹ ਚੋਰ ਹੈ, ਨਾ ਸਾਹ ਹੈ, ਨਾ ਹੀ ਕਿਸੇ ਸਾਹ ਦਾ ਪੁੱਤਰ ਹੈ। ਨਾ ਨੇਹ ਹੈ, ਨਾ ਗੇ ਹੈ, ਨਾ ਦੇਹ ਹੈ, ਨਾ ਦੇਹ ਕੋ ਬਣਾਓ ਹੈ, ਨਾ ਸਲ ਹੈ, ਨਾ ਸਿਦਰ ਹੈ, ਨਾ ਸਲ ਕੋ ਮਲਾਓ ਹੈ, ਨਾ ਜੰਤਰ ਹੈ, ਨਾ ਮੰਤਰ ਹੈ, ਨਾ ਤੰਤਰ ਕੋ ਸਰੂਪ ਹੈ, ਨਾ ਰਾਗ ਹੈ, ਨਾ ਰੰਗ ਹੈ, ਨਾ ਰੇਖ ਹੈ, ਨਾ ਰੂਪ ਹੈ। ਉਸ ਪਰਮੇਸ਼ਰ ਨੂੰ ਨਾ ਕਿਸੇ ਨਾਲ ਮੋਹ ਹੈ, ਨਾ ਉਹ ਕਿਸੇ ਪ੍ਰਕਾਰ ਕਿਸੇ ਦੀ ਪਕੜ ਵਿੱਚ ਹੈ, ਤੇ ਨਾ ਹੀ ਉਹ ਕਿਸੇ ਸਰੀਰ ਦੀ ਬਨਾਵਟ ਵਿੱਚ ਹੈ। ਨਾ ਉਹ ਬਲਸਰ ਹੈ, ਨਾ ਉਸ ਵਿੱਚ ਕੋਈ ਦੂਸ਼ਣ ਹੈ, ਤੇ ਨਾ ਹੀ ਕਿਸੇ ਸਲ ਦਾ ਉਸ ਵਿੱਚ ਮੇਲ ਹੈ, ਨਾ ਹੀ ਉਹ ਕਿਸੇ ਤੰਤਰ ਮੰਤਰ ਜਾਂ ਜੰਤਰ ਦਾ ਸਰੂਪ ਹੈ। ਨਾ ਉਸ ਨੂੰ ਮੋਹ ਹੈ, ਨਾ ਉਸ ਦਾ ਕੋਈ ਰੰਗ ਹੈ ਰੇਖ, ਤੇ ਨਾ ਹੀ ਕੋਈ ਰੂਪ ਹੈ। ਨਾ ਜੰਤਰ ਹੈ, ਨਾ ਮੰਤਰ ਹੈ, ਨਾ ਤੰਤਰ ਕੋ ਬਣਾਓ ਹੈ, ਨਾ ਸਲ ਹੈ, ਨਾ ਸਿਦਰ ਹੈ, ਨਾ ਸਾਇਆ ਕੋ ਮਲਾਓ ਹੈ, ਨਾ ਰਾਗ ਹੈ, ਨਾ रंग है, न रूप है, न रेख है, न कर्म है, न धर्म है, अजन्म है, अपेख है। ਉਹ ਕਰਤਾ ਪੁਰਖ ਨਾ ਜੰਤਰਾਂ ਕਰਕੇ ਤੇ ਨਾ ਮੰਤਰਾਂ ਕਰਕੇ ਬਸ ਵਿੱਚ ਆਉਂਦਾ ਹੈ, ਤੇ ਨਾ ਉਸ ਤੇ ਕਿਸੇ ਤੰਤਰ ਦਾ ਜ਼ੋਰ ਚੱਲਦਾ ਹੈ। ਉਸ ਵਿੱਚ ਨਾ ਕੋਈ ਬਲਸਲ ਹੈ, ਨਾ ਕੋਈ ਔਗਣ ਹੈ, ਤੇ ਨਾ ਉਸ ਵਿੱਚ ਅਵਿਦਿਆ ਦੀ ਮਿਲਾਵਟ ਹੈ। ਜਿਸ ਤਰ੍ਹਾਂ ਅੱਜ ਆਪਾਂ ਦੇਖਦੇ ਹਾਂ, ਸਿੱਖ ਘਰ ਵਿੱਚ ਸਾਡਾ ਜਨਮ ਹੋਇਆ ਹੁੰਦਾ, ਪਰ ਅਸੀਂ ਕੀ ਕਰਦੇ ਹਾਂ? ਕੋਈ ਲਾਲਾਂ ਵਾਲੇ ਪੀਰ ਦੇ ਤੁਰਿਆ ਫਿਰਦਾ, ਕੋਈ ਨਿਗਾਹੇ ਵਾਲੇ ਪੀਰ ਦੇ ਤੁਰਿਆ ਫਿਰਦਾ। ਜੰਤਰਾਂ ਮੰਤਰਾਂ ਵਿੱਚ ਲੋਕ ਫਸੇ ਪਏ ਨੇ। ਮਹਾਰਾਜ ਕਹਿੰਦੇ ਭਾਈ ਇਹਨਾਂ ਜੰਤਰਾਂ ਮੰਤਰਾਂ ਨੇ ਕੁਝ ਨਹੀਂ ਕਰਨਾ, 4 ਯੁੱਗਾਂ ਦਾ ਨਿਚੋੜ ਹੈ। ਵਾਹਿਗੁਰੂ ਗੁਰਮੰਤਰ ਜਪਣਾ ਤੇਰਾ ਆਧਾਰ ਕਰ ਦੇਵੇਗਾ।
ਨਾ ਉਹ ਨਾ ਕਿਸੇ ਕਰਮ ਬੰਧਨ ਵਿੱਚ ਬੱਧਾ ਹੈ, ਨਾ ਉਹ ਕਿਸੇ ਧਰਮ ਦਾ ਧਾਰਨ ਵਾਲਾ ਹੈ, ਨਾ ਉਸ ਦਾ ਜਨਮ ਹੁੰਦਾ ਹੈ ਤੇ ਨਾ ਉਸ ਦਾ ਕੋਈ ਪਹਿਰਾਵਾ ਹੈ। ਨਾ ਤਾਤ ਹੈ ਨਾ ਮਾਤ ਹੈ, ਅਖਿਆਲ ਅਖੰਡ ਰੂਪ ਹੈ, ਅਛੇਦ ਹੈ ਅਭੇਦ ਹੈ, ਨਾ ਰੰਕ ਹੈ ਨਾ ਭੂਪ ਹੈ, ਬਰੇ ਹੈ ਪਵਿੱਤਰ ਹੈ ਪੁਨੀਤ ਹੈ ਪ੍ਰਾਨ ਹੈ, ਅਗੰਜ ਹੈ ਭੰਜ ਹੈ ਕਰੀਮ ਹੈ ਕਰਾਨ ਹੈ। ਉਸ ਪ੍ਰਭੂ ਦਾ ਨਾ ਕੋਈ ਪਿਤਾ ਹੈ ਨਾ ਮਾਤਾ ਹੈ, ਉਸ ਦਾ ਚਿੰਤ ਤੇ ਅਖੰਡ ਸਰੂਪ ਹੈ। ਉਸ ਨੂੰ ਕੋਈ ਸੇਧ ਤੇ ਭੇਦ ਨਹੀਂ ਸਕਦਾ, ਨਾ ਉਹ ਗਰੀਬ ਹੈ ਤੇ ਨਾ ਹੀ ਰਾਜਾ ਹੈ। ਉਹ ਪਰੇ ਤੋਂ ਪਰੇ ਹੈ, ਅਤ ਪਵਿੱਤਰ ਹੈ ਤੇ ਪ੍ਰਾਚੀਨ ਹੈ। ਉਸ ਨੂੰ ਕੋਈ ਰੋਗ ਨਹੀਂ, ਉਸ ਨੂੰ ਕੋਈ ਭੰਨ ਨਹੀਂ ਸਕਦਾ। ਉਹ ਕਿਰਪਾ ਕਰਨ ਵਾਲਾ ਹੈ ਤੇ ਦੁਸ਼ਟਾਂ ਨੂੰ ਨਾਸ਼ ਕਰਨ ਵਾਲਾ ਹੈ, ਅਥਵਾ ਸ੍ਰਿਸ਼ਟੀ ਦਾ ਰਾਜਾ ਹੈ। ਅਕਾਲ ਹੈ ਅਪਾਲ ਹੈ ਖਿਆਲ ਹੈ ਅਖੰਡ ਹੈ, ਨਾ ਰੋਗ ਹੈ ਨਾ ਸੋਗ ਹੈ ਨਾ ਭੇਦ ਹੈ ਨਾ ਭੰਡ ਹੈ, ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਸਾਥ ਹੈ, ਪ੍ਰਿਆ ਹੈ ਪਵਿੱਤਰ ਹੈ ਪੁਨੀਤ ਹੈ परमार्थ है। वो काल पुरख काल रहता है, पालना रहता है, ते रूप है ते खंड हाथी वाला है। उसनों ना कोई रोग है ना सोग है, उसका भेद नहीं पाया जा सकता ते ना ही उसनों कोई बदनाम कर सकता है। उसका कोई अंग भाव शरीर नहीं, कोई रंग नहीं, ना उसका कोई संगी है ते ना ही कोई साथी है। वो प्यार स्वरूप है, अत पवित्र ते सबदा श्रोमणी है। ना सीत है ना शोक है, ना क्राम है ना काम है, ना लोभ है ना मोह है, ना क्रोध है ना काम है, ना देव है ना दैत है, ना नर को स्वरूप है, ना सल है ना सिद्र है, ना सिद्र की बभूत है। उस प्रभु नूं ना ठंड है ना शोक है ना गर्मी है ते ना ही धुप दा कष्ट है। उस विच ना लोभ है ना मोह है, ना गुस्सा है ते ना ही काम वासना है। वो ना देवता है ना दैत है ते ना उसका स्वरूप पुरुष वर्गा है। उस विच ना कोई सल फरेव है, ना कोई औगण है ते ना ही वो औगणा दी समगरी वाला है। ना काम है ना क्रोध है, ना लोभ है ना मोह है, ना द्वैक है ना भेख है, ना दुई है ना द्रोह है, ना काल है ना वार है, सदैव दयाल रूप है। अगंज है भंज है अपरम है अभूत है। उस करता पुरख विच ना काम वासना है, ना गुस्सा है, ना लालच है, ना मोह है। उस विच ना कोई द्वैत भाव है, ना उसका कोई भेख है, ना दजैगी है ते ना कोई दगा फरेब है। ना उसनूं काल पाउंदा है, ना वो बालक का रूप है। ਉਹਦਾ ਸਰੂਪ ਸਦਾ ਦਿਆਲਤਾ ਵਾਲਾ ਹੈ। ਉਹ ਅਜਿੱਤ ਹੈ, ਕਿਸੇ ਕੋਲੋਂ ਭੱਜਦਾ ਨਹੀਂ, ਉਸ ਨੂੰ ਕੋਈ ਭਰਮ ਨਹੀਂ ਤੇ ਪੰਜਾਂ ਤੱਤਾਂ ਤੋਂ ਰਹਿਤ ਸੂਖਮ ਰੂਪ ਵਾਲਾ ਹੈ। असेद सेद है सदा अगंज अगंज गंज है, अभूत भेख है बलि अनूप राग रंग है। न द्वैक है न भेख है, न काम क्रोध कर्म है, न जात है न पात है, न चित्र चिन्ह वर्ण है। ਉਹ परमात्मा जो ना सेधे जान वाले पुरुष ਹਨ, ਉਹਨਾਂ ਨੂੰ ਸੇਧਣ ਵਾਲਾ ਹੈ, ਨਾ ਜਿੱਤੇ ਜਾਣ ਵਾਲਿਆਂ ਨੂੰ ਫਤਿਹ ਕਰਨ ਵਾਲਾ ਹੈ। ਉਸ ਦਾ ਭੇਖ ਤੱਤਾਂ ਤੋਂ ਬਿਨਾਂ ਬੜਾ ਬਲਵਾਨ ਹੈ ਤੇ ਉਹਦਾ ਰਾਗ ਰੰਗ ਉਪਮਾ ਤੋਂ ਰਹਿਤ ਹੈ। ਉਹ ਉਸ ਵਿੱਚ ਕੋਈ ਦਵੈਸ ਭਾਵ ਨਹੀਂ, ਨਾ ਉਸਦਾ ਕੋਈ ਭੇਖ ਲਿਬਾਸ ਹੈ। ਬੇਅੰਤ ਹੈ ਅਨੰਤ ਹੈ, ਅਨੰਤ ਤੇਜ ਜਾਨੀ ਹੈ, अपूम अपज है सदा सच तेज मानी है। न आद है न व्याध है, अगाध रूप लेखिए, अदोख है अदाग है, हसे प्रताप पेखिए। वो वाहेगुरु बेअंत है, उसका कोई अंत नहीं। उसनूं बेअंत तेज वाला जानिया जाता है। वो भूमि रहत है, वो किसी नाल भिजदा नहीं, उसदे तेज नूं नाश रहत मन्निया जाता है। उसके तेज नूं कोई भी नाश नहीं कर सकता। उसनूं ना कोई आदि है ना व्याधि है, उसका स्वरूप बड़ा गहरा गिणिया जाता है। वो दोष रहत दाग कलंक रहत है, उसका प्रताप नाश रहत देखा जाता है। ना कर्म है ना भरम है, ना धर्म को प्रभाव है, ना जंत्र है ना तंत्र है, ना मंत्र को लाव है, ना सल है ना सिद्र है, ना सिद्र को स्वरूप है। अपंग है अनंग है, अगंज सी बभूत है।
उस परमात्मा ਵਿੱਚ ना कोई क्रिया है, ना उसनों कोई भरम है, ना ही उस ते किसी धर्म मत का प्रभाव ਅਤੇ असर है। ਉਹ ना ਜੰਤਰਾਂ ਵਿੱਚ, ना ਤੰਤਰਾਂ ਵਿੱਚ ਤੇ ना ही ਮੰਤਰਾਂ ਵਿੱਚ ਰਲਦਾ ਹੈ। ਉਸ ਵਿੱਚ ਕੋਈ ਸਲਫਰੇਬ नहीं, ना कोई ਔਗਣ है ਤੇ ना ही ਉਹ ਔਗਣਾਂ ਦਾ ਸਰੂਪ है। ਉਹ ਨਾਸ ਰਹਿਤ ਤੇ ਅੰਗ ਭਾਵ ਸਰੀਰ ਰਹਿਤ ਹੈ। ਉਸ ਦੀ ਸੰਪਰਦਾ ਕਦੀ ਨਾਸ नहीं ਹੁੰਦੀ। ना काम है, ना क्रोध है, ना लोभ मोकार है, ना आद है, ना गाद है, ना व्याध को विचार है, ना रंग राग रूप है, ना रूप रेकार है, ना हाउ है, ना भाव है, ना दो को प्रकार है। वो परमेश्वर नूं ना काम वासना है, ना क्रोध भाव गुस्सा है, ते ना ही उस विच लोभ ते मोह दी कोई कार रेखा है। ना उस विच कोई आदि है, ना वो गाया जाता है, ना ही उसनूं किसी व्याधि का विचार है। उसका ना कोई रंग है, ना राग है, ते ना ही कोई रूप है। उसनूं किसी रूप रेख का झगड़ा नहीं। उस विच ना होमे है, ना प्यार है, ते ना ही किसी प्रकार का दा पेच है। गजा तपी नरा तपी क्रंत सेव है सदा, सित शक्ति तप शक्ति वंशपति जक्ष सदा। अगस्त आद जे बड़े तप तप शक्ति विसेखी है, बेअंत बेयंत बेयंत को करंत पाठ पेखी है। गजा तपी इंद्र, नरा तपी कबीर, सित शक्ति चंद्रमा, तप शक्ति सूरज, वंशपति वर्ण। उस अकाल पुरख दी इंद्र ते कबीर सदा सेवा करते हैं। चंद्रमा सूरज वर्ण देवता उस दे नाम का सदा जाप करते हैं। अगस्त आदि ऋषि मुनि ते महान तपस्वी सहवाद जो हैं वो सारे प्रभु नूं बेअंत 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 है कहते विखाई देंदे हैं। अगाध याद देव की अनाद बात मानी है, ना जात पात मत्तर मित्र, ना जात पात मंत्र मित्र, सत्तर स्नेह जानी है। सदैव सर्वलोक के कृपाल ख्याल में रहे, तुरंत द्रोह दे के अनंत भांत सो दहे। उस अनाद आद रहत प्रभु दी सिफत मनी जाती है कि वह महान डूंगा ते मुढ़ तो रहत है। उस दी ना जात है ते ना बरादरी है। वो किसी मंत्र मित्र शत्रु के स्नेह विच नहीं जानिया जाता। सब लोग सदा ही उस कृपालू परमात्मा के ध्यान सिमरन विच लीन रहते हैं। इसलिए वो लोग अपने शरीर के पापां नूं अनेकां ढंगां नाल साड़ लैंदे हन। तै प्रसाद रुआमल संद, रूप राग ना रेख रंग, ना जन्म मरण विहीन। आदनाथ अगाध पुरख सो धर्म कर्म प्रवीण। जंतर मंतर न तंत्र जाको आद पुरख पार। हस्त कीट बिखे वसे सब ठौर में निरधार। ओ काल पुरख रूप राग रेख रंग ते जन्म मरण तो रहत है। वो सब दा मुੱਢ मूल है, सब दा मालक है, था है ते धर्म कर्म विच निपुण है। उस नूं वस विच करन लई कोई जंतर मंत्र ते तंत्र नहीं चलदा। उस आदि पुरख परमात्मा का कोई पारावार नहीं। वो प्रभु हाथी तो लैके कीड़ी तक ते सब थावां विच वस रहा है। जात पात न तात जाको, मंत्र मातर न मित्र। सर्व ठौर विखे रम्यो, जय चक्र चिन्ह चित्र। आदेव आधार मूर्त, अगाधनाथ अनंत। आदि अंत न जानिए, अब खाद देव दरंत। उस प्रभु की जात बरादरी पिता वजीर माता ते मित्र आदि कुछ भी नहीं। उसका कोई चक्कर चिंत तस्वीर नहीं। वो सब स्थानों में व्यापक होके बस रहा है। वो सब का मूल देव है, उदारता की मूर्ति है, डूंगा ते अंतरहित मालक है। उस परमात्मा का आदि ते अंत नहीं जानिया जाता। वो बेअंत प्रभु सब झगड़िया तो रहता है।
दे भेव न जानही जय मरम वेद कतेव सन क्यो सनकेश नंदन पावई न हसेव जस किन्नर मस मानस मुर्ग उर्ग पार नेत नेत पुकारही सब शक्कर अमुख चार। उस अकाल पुरख के भेद नूं देवते भी नहीं जानते ते बेतिक ते भी उसके रहस नूं नहीं पा सकते। सौनक ऋषि ते ब्रह्मा दे पुत्र नारद आदि भी उसके हिसाब लेखे नूं प्राप्त नहीं कर सकते। जस किन्नर मस मनुख पतालवासी सप शिव जी इंद्र ते ब्रह्मा आदਿਕ उस नूं बेअंत बेअंत कहते हैं। सर्व सप्त अवतार के तर जाप ही जह जाप आदेव अगाध तेज अनाद मूर्त ताप जंतर मंत्र न आवई कर तंत्र मंत्र न कीन सर्व ठौर रहो विराज विराज राज परवीन। उस परमात्मा का सत्ता पतालों के हेठां वसन वाले जीव जाप करते हैं। वो प्रभु सब का मुढ़ है ते बेअंत ते प्रकाश वाला है। वो आत्म रहत ते दुख रहत स्वरूप वाला है। वो प्रभु जंतरा मंत्रा करके हथ नहीं आउंदा ते ना ही तंत्रा मंत्रा कीतियां वस आउंदा है। वो परमात्मा सब थावां विच वस रहा है। वो राजियां दा राजा है ते हर थां बराज रहा है। जस गंधर्व देवदानो ना ब्रह्म सत्रिया नमाहे वैष्णव के बिखे बराजे सूत्र भी बहनाए गूढ़ गौड़ ना भीर भीकर ब्रह्म सेक स्वरूप रात दिवस ना मध्य उर्द ना भूमा का सानूप। ओ काल पुरख जस गंधर्व देवते दैत ब्राह्मणा ते खत्रियां विचों किसी जात नाल संबंधित नहीं। उसका निवास वैसां ते सूद्रां विच भी नहीं। ओ गूढ़ गौंड भयानक भीर ब्राह्मण ते सेख स्वरूप भी नहीं। वो परमात्मा रात के दिन विच भी नहीं ते ना ही वो सुंदर रूप वाला पताल धरती के आकाश विच वसदा है। जात जन्म ना काल कर्म ना धर्म कर्म विहीन तीर्थ यात्र ना देह पूजा गौर के ना अधीन सर्व सप्त पतार के तर जानी है जह जोत शेष नाम सहंस पन न नेत पूर्ण होत। उस परमेश्वर की कोई जात नहीं जन्म ते काल नहीं। वो कर्मां दे बंधन विच नहीं ते धर्मां दे कर्मां तो रहत है। उसकी प्राप्ति तीर्थां की यात्रा करन ते देवतियां की पूजा करन नाल नहीं हुंदी ना ही वो कवरां दे अधीन है। उसकी जोत सारे पतालों के हेठां जानी जाती है। हजार फन वाला शेष नाग भी उस प्रभु के जस नूं पूर्ण तौर पर वर्णन नहीं कर सकिया ते वो भी बेअंत बेअंत कहता है। सोध सोध हटे सबे सुर विरोध दानव सर्व गाए गाए हटे गंधर्व गवाए किन्नर गर्भ बढ़त बढ़त थके महाकव घट गाड़ अनंत हार हार कहो सबू मिल नाम नाम दुरंत। उस परमात्मा नूं सारे देवी देवते ढूंढ ढूंढ के थक गए हैं ते विरोध करते करते दैंत भी हार गए हैं। उस दे जस नूं गंधर्व भी गा गा के थक गए हैं ते साज बजा बजा के किन्नरां दा मान भी टुट गया है। पंडित धार्मिक पुस्तकां पढ़ पढ़ के थक गए हैं ते महान कवि कई तरह दीयां घाड़तां घड़दे घड़दे भाव कवितावां रचते रचते थक गए हैं। सब ने हार के अंत नूं इहो कहा है कि उस नामी दे नामां दा अंत पाउणा अत कठिन है। वेद भेद न पायो लख्यो न सेवक तेव देव दानो मूढ़ मानो जस न जाने जेव भूत पब पहान भूपत आदिनाथ अनाथ अगन वाए जले तले मैं सर्व ठौर निवास। वेद भी उस प्रभु के भेद नूं नहीं पा सके ते एक देव भी उसकी सेवा नूं नहीं वेख सके। उसकी शोभा नूं देवते दैत ते दस नहीं जान सके ते वो मुड़ डौर भौरे
ਹੋ ਰਹੇ ਹਨ। ਉਹ ਭੂਤ, ਭਵਿੱਖ ਅਤੇ ਵਰਤਮਾਨ ਤਿੰਨਾਂ ਕਾਲਾਂ ਦਾ ਰਾਜਾ ਹੈ। ਸਭ ਦਾ ਮੂਲ ਮੁੱਢ ਸੁਆਮੀ ਹੈ ਤੇ ਨਾਸ ਰਹਿਤ ਹੈ। ਉਹ ਅਗਨੀ, ਪੌਣ, ਜਲ ਤੇ ਥਲ ਆਦਿ ਸਭ ਥਾਵਾਂ ਵਿੱਚ ਨਿਵਾਸ ਕਰ ਰਿਹਾ ਹੈ। ਅਗਨ ਬਾਏ ਜਲੇ ਥਲੇ ਮੈਂ ਸਰਬ ਠੌਰ ਨਿਵਾਸ। ਉਹ ਅਗਨੀ, ਪੌਣ, ਜਲ ਤੇ ਥਲ ਆਦਿ ਸਭ ਥਾਵਾਂ ਵਿੱਚ ਨਿਵਾਸ ਕਰ ਰਿਹਾ ਹੈ। ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਨੇ ਕਿਰਪਾ ਕੀਤੀ। ਦਸਮ ਦੀ ਬਾਣੀ ਦਾ ਸਹਿਜ ਪਾਠ ਅਰਥਾਂ ਸਮੇਤ ਆਪਾਂ ਕਰ ਰਹੇ ਹਾਂ। 10 ਅੰਗਾਂ ਦੀ ਅੱਜ ਵਿਚਾਰ ਹੋਈ ਹੈ। ਸੋ ਇਸੇ ਤਰ੍ਹਾਂ ਆਪਾਂ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਨਾ ਕਰਿਆ ਕਰਨਾ ਜੀ। ਹਰ ਰੋਜ਼ ਸਮੇਂ ਤੋਂ ਸਮਾਂ ਕੱਢ ਕੇ ਗੁਰੂ ਕਲਗੀਧਰ ਮਹਾਰਾਜ ਦੀਆਂ ਖੁਸ਼ੀਆਂ ਆਪਾਂ ਪ੍ਰਾਪਤ ਕਰੀਏ। 2 ਮਿੰਟ ਦਾ ਆਪਾਂ ਸਿਮਰਨ ਕਰਨਾ। ਫਿਰ ਅੰਮ੍ਰਿਤ ਵੇਲੇ ਕੈਨੇਡਾ ਦਾ ਟਾਈਮ, ਸਰੀ ਦਾ ਟਾਈਮ 5:30 ਵਜੇ ਆਪਾਂ ਲਾਈਵ ਆਵਾਂਗੇ, ਅੱਧਾ ਘੰਟਾ, ਕਿਉਂਕਿ 2 ਟਾਈਮ ਆਪਾਂ ਹਾਜ਼ਰੀ ਭਰਿਆ ਕਰਾਂਗੇ। ਕਿਉਂਕਿ ਵਿਚਾਰ ਬਹੁਤ ਮਹਿੰਗੀ ਬਾਣੀ ਹੈ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਸਾਨੂੰ ਸਮਝ ਆ ਜਾਵੇ, ਫਿਰ ਜੇ ਆਪਾਂ ਨੂੰ ਸਮਝ ਆ ਗਈ ਫਿਰ ਆਪਾਂ ਕਦੇ ਵੀ ਦਸਮ ਦੀ ਬਾਣੀ ਦੀ, ਇਤਿਹਾਸ ਦੀ ਨਿੰਦਿਆ ਨਹੀਂ ਕਰਾਂਗੇ। ਸਾਨੂੰ ਪਤਾ ਲੱਗ ਜਾਵੇਗਾ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਦਸਮ ਦੀ ਬਾਣੀ ਅੰਦਰ ਸਾਨੂੰ ਕੀ ਸਮਝਾਉਣਾ ਕੀਤਾ ਹੈ। ਸੋ 2 ਮਿੰਟ ਵਾਹਿਗੁਰੂ ਸਿਮਰਨ ਦੇ ਨਾਲ ਆਪਾਂ ਜੁੜਨਾ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ। ਤੇਰੇ ਵਰਗਾ ਹੋਰ ਨਾ ਕੋਈ ਇਸ ਧਰਤੀ ਤੇ ਆਇਆ, ਸੱਚ ਧਰਮ ਦੀ ਯਾਰਾ ਮੂਰਤ ਗੁਰ ਗੋਬਿੰਦ ਖਵਾਇਆ। ਦਿੱਲੀ ਦੇ ਵੱਲ ਪਿਤਾ ਤੋਰ ਕੇ ਡੋਦਾ ਧਰਮ ਮਚਾਇਆ। ਚਾਰੇ ਪੁੱਤਰ ਬਾਹਰ ਧਰਮ ਤੋਂ ਫਿਰ ਵੀ ਰੱਬ ਦਾ ਸ਼ੁਕਰ ਮਨਾਇਆ। ਦੇ ਕੇ ਪੋਹਲ ਖੰਡੇ ਦੀ ਖਾਲਸਾ ਪੰਥ ਸਜਾਇਆ। ਤਾਈਓ ਕਲਗੀਆਂ ਵਾਲੇ ਪਾਸਾ ਤੈਨੂੰ ਸਭ ਨੇ ਸੀ ਝੁਕਾਇਆ। ਖੰਡੇ ਵਾਟੇ ਦੀ ਪੋਹਲ ਦਾ ਅੰਮ੍ਰਿਤ ਸਾਕੇ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਮਹਾਰਾਜ ਮਾਤਾ ਸਾਹਿਬ ਦੇਵਾ ਜੀ ਦੇ ਪੁੱਤਰਾਂ ਧੀਆਂ ਬਣ ਕੇ ਅਨੰਦਪੁਰ ਸਾਹਿਬ ਦੇ ਵਾਸੀ ਬਣ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਆਪਾਂ ਸਫਲਿਆ ਕਰੀਏ। 3 ਕੁ ਦਿਨ ਆਪਾਂ ਨੂੰ ਹੋਰ ਲੱਗਣੇ ਨੇ, ਫਿਰ ਸ੍ਰੀ ਬਚਿੱਤਰ ਨਾਟਕ ਜੀ ਦੀ ਕਥਾ ਆਰੰਭ ਹੋ ਜਾਵੇਗੀ, ਜਿਸ ਵਿੱਚ ਗੁਰੂ ਕਲਗੀਧਰ ਮਹਾਰਾਜ ਜੀ ਆਪਣੇ ਆਉਣ ਦੀ ਕਥਾ ਜ਼ਿਕਰ ਕਰਦੇ ਹਨ। ਸੋ ਹੋਈਆਂ ਨੇ ਕਈ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਚੜ੍ਹਦੀ ਕਲਾ ਬਖਸ਼ਣੀ ਜੀ। ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।